ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਰਾਮ ਰਾਮ। ਹੈਲੋ ਸਾਥੀਓ, ਸਭ ਤੋਂ ਪਹਿਲੇ ਤਾਂ ਧੰਨਵਾਦ, ਤੁਸੀਂ ਸਾਰੇ ਟਾਈਮ ਕੱਢ ਕੇ ਆਏ। ਅੱਜ ਦਾ ਮੇਨ ਪ੍ਰੈਸ ਕਾਨਫਰੰਸ ਦਾ ਆਪਣਾ ਜਿਹੜਾ ਮੁੱਦਾ ਹੈ, ਮੇਰਾ ਮੰਨਣਾ ਹੈ ਵੀ ਜਿਹੜੇ ਅਬੋਹਰ ਦੇ ਲੋਕ ਹੈ, ਅਬੋਹਰ ਹਲਕੇ ਦੇ, ਉਹਨਾਂ ਨੂੰ ਐਟਲੀਸਟ ਮੇਰਾ ਜਿਹੜਾ ਕੰਮ ਕਰਨ ਦਾ ਤਰੀਕਾ ਹੈ ਵੀ ਪਿਛਲੀ ਵਾਰ ਵੀ ਜਦੋਂ ਸੈਸ਼ਨ ਹੋਇਆ ਵੀ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਵੀ ਤੁਹਾਡਾ ਨੁਮਾਇੰਦਾ ਉੱਥੇ ਕੀ ਕੁਝ ਕਰਕੇ ਆਇਆ, ਕੀ ਉੱਥੇ ਮੁੱਦੇ ਉਠਾਏ, ਕੀ ਲੋਕਾਂ ਦੀ ਆਵਾਜ਼ ਉੱਥੇ ਤੱਕ ਪਹੁੰਚਾਈ। ਅਤੇ ਅਸੀਂ ਵਿਪਕਸ਼ ਦੇ ਵਿੱਚ ਹੈਗੇ ਹਾਂ। ਐਂਡ ਇਸ ਵਾਰੀ ਦਾ ਜਿਹੜਾ ਬਜਟ ਸੈਸ਼ਨ ਹੈ ਉਹਦੇ ਵਿੱਚ ਉਸ ਤੋਂ ਪਹਿਲੇ ਮੈਂ ਥੋੜ੍ਹਾ ਜਿਹਾ ਇੱਕ ਗੱਲ ਕਰਨਾ ਚਾਹੁੰਦਾ। ਗਵਰਨਮੈਂਟ ਆਫ ਇੰਡੀਆ ਦੀ ਇੱਕ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਰਿਪੋਰਟ ਹੈ, ਜਿਹੜਾ ਕੁਝ ਗੱਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਇਲੈਕਸ਼ਨਾਂ ਤੋਂ ਪਹਿਲੇ ਕਹਿੰਦੀ ਸੀ ਵੀ ਅਸੀਂ ਲੰਬੇ ਸੈਸ਼ਨਸ ਅਸੀਂ ਕਰਾਂਗੇ। ਐਂਡ ਮੈਂ ਪੰਜਾਬ ਦੀ ਤੁਹਾਨੂੰ ਥੋੜ੍ਹੀ ਜਿਹੀ ਐਵਰੇਜ ਸ਼ੇਅਰ ਕਰਨਾ ਚਾਹੁੰਦਾ ਵੀ ਆਪਣੇ ਦੇਸ਼ ਦੀ ਐਵਰੇਜ ਹੈ 20 ਦਿਨ, ਵਿਧਾਨ ਸਭਾ ਚੱਲਦੀ ਹੈ 20 ਦਿਨ, ਐਂਡ ਪੰਜਾਬ ਦੀ ਐਵਰੇਜ ਹੈ 13 ਦਿਨ। ਐਂਡ ਇਸ ਵਾਰੀ ਵੀ ਜਿਹੜਾ ਸੈਸ਼ਨ 2 ਹਫ਼ਤੇ ਦਾ ਹੋਣਾ ਸੀਗਾ, ਇਟ ਹੈਜ਼ ਬੀਨ ਕੱਟ ਡਾਊਨ। ਐਂਡ ਅਗਲੇ ਹਫ਼ਤੇ ਵੀ ਜਿਹੜਾ ਸੈਸ਼ਨ ਹੋਣਾ ਸੀ ਉਹ ਸਿਰਫ ਮਾਤਰ 1 ਦਿਨ ਦਾ, 22 ਤਰੀਕ ਨੂੰ 1 ਦਿਨ ਹੋਰ ਹੋਊਗਾ। ਐਂਡ ਉਹਦੇ ਬਾਅਦ ਇਸ ਵਨ ਆਫ ਦਾ ਸ਼ਾਰਟੈਸਟ ਬਜਟ ਸੈਸ਼ਨਸ। ਐਂਡ ਇੱਕ ਹੋਰ ਮੈਂ ਤੁਹਾਡੇ ਨਾਲ ਐਵਰੇਜ ਸ਼ੇਅਰ ਕਰਨਾ ਚਾਹੁੰਦਾ ਵੀ ਪੰਜਾਬ ਦੇ ਜਿਹੜੇ ਬਿੱਲਸ ਹੈ, ਜਿਹੜੇ ਬਿੱਲ ਵਿਧਾਨ ਸਭਾ ਦੇ ਵਿੱਚ ਲੈ ਕੇ ਆਉਂਦੇ ਆ, ਅਤੇ ਉਹਦੇ ਉੱਤੇ ਡਿਸਕਸ਼ਨਸ, ਮਤਲਬ ਵਿਧਾਨ ਸਭਾ ਬਣੀ ਇਸ ਕਰਕੇ ਹੈ ਵੀ ਜਿਹੜਾ ਵੀ ਕੋਈ ਕਾਨੂੰਨ ਬਣਦਾ ਹੈ ਉਹਦੇ ਉੱਤੇ ਡਿਸਕਸ਼ਨ ਹੋਵੇ, ਉਹਦੇ ਉੱਤੇ ਸੰਵਾਦ ਹੋਵੇ। ਲੇਕਿਨ ਪੰਜਾਬ ਦੇ ਵਿੱਚ ਲਗਭਗ ਸਾਰੇ ਬਿੱਲ 1 ਦਿਨ 'ਚ ਹੀ ਪਾਸ ਹੋ ਜਾਂਦੇ। ਅਤੇ ਕੁਛ ਆਈ ਥੋਟ ਕੁਛ ਚੀਜ਼ਾਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੀਦੀ ਹੈ। ਬਜਟ ਦੇ ਉੱਤੇ ਪਿਛਲੀ ਵਾਰੀ ਜਦੋਂ ਬਜਟ ਬਣਿਆ ਸੀਗਾ, ਤੁਹਾਨੂੰ ਧਿਆਨ ਹੋਣਾ ਹੈ, ਆਮ ਲੋਕਾਂ ਦਾ ਬਜਟ ਉਹਨੂੰ ਕਿਹਾ ਗਿਆ ਸੀਗਾ। ਐਂਡ ਸਰਕਾਰ ਹਰ ਮਤਲਬ ਵੱਖ ਲੋਕਾਂ ਨੂੰ, ਖੇਤੀਬਾੜੀ ਨਾਲ ਸੰਬੰਧਿਤ ਟਰੇਡਰਸ, ਮਜ਼ਦੂਰ, ਸਾਰਿਆਂ ਨੂੰ ਜਾ ਕੇ ਮਿਲੇ ਸੀਗੇ, ਉਹਨਾਂ ਤੋਂ ਫੀਡਬੈਕ ਲੈ ਕੇ ਉਹਨਾਂ ਨੇ ਕਿਹਾ ਵੀ ਅਸੀਂ ਬਜਟ ਤਿਆਰ ਕੀਤਾ ਹੈ। ਬਟ ਇਸ ਵਾਰੀ ਉਹ ਵੀ ਕਿਤੇ ਨਾ ਕਿਤੇ ਮਿਸਿੰਗ ਸੀਗਾ। ਮਤਲਬ ਬਜਟ ਦੀ ਜਿਹੜੀ ਪ੍ਰਤੀਕਿਰਿਆ ਹੈ, ਕਿਸੇ ਤੋਂ ਫੀਡਬੈਕ ਨਹੀਂ ਲਿੱਤਾ ਗਿਆ। ਅਗੇਨ ਜਿਹੜਾ ਬਜਟ ਇਸ ਵਾਰੀ ਆਇਆ ਹੈ, ਅੱਜ ਵੀ ਇੱਕ ਵੱਡੀ ਸਟੋਰੀ ਆਈ ਹੋਈ ਹੈ, ਉਹਦੇ ਵਿੱਚ ਉਹ ਲਿਖਦੇ ਹੈ ਵਿਦ ਲਿਟਲ ਐਮਫਸਿਸ ਔਨ ਜਨਰੇਟਿੰਗ ਰਿਸੋਰਸਿਸ। ਜਿਹੜਾ ਇਸ ਵਾਰ ਦਾ ਬਜਟ ਸੀਗਾ, ਜਿਹੜਾ ਬਜਟ 1,96,462 ਕਰੋੜ ਦਾ, ਉਹਦੇ ਵਿੱਚ ਕੋਈ ਰਿਸੋਰਸ ਜਨਰੇਸ਼ਨ ਦੀ ਗੱਲ ਅਗੇਨ ਕਿੱਥੇ ਹੀ ਨਹੀਂ ਵੀ ਰੈਵਨਿਊ ਜਿਹੜਾ ਹੈ ਉਹਨੂੰ ਕਿਵੇਂ ਇੰਕਰੀਜ਼ ਕਰਾਂਗੇ। ਐਂਡ ਤੁਹਾਨੂੰ ਯਾਦ ਹੋਣਾ ਹੈ ਕੇਜਰੀਵਾਲ ਸਾਹਿਬ ਬੜੇ ਹੌਸਲੇ ਨਾਲ ਕਰਦੇ ਸੀਗੇ ਗੱਲਾਂ ਵੀ ਸਿਰਫ 3 ਚੀਜ਼ਾਂ ਦੇ ਵਿੱਚੋਂ ਅਸੀਂ ਹਜ਼ਾਰਾਂ ਕਰੋੜ ਦਾ ਰੈਵਨਿਊ ਜਿਹੜਾ ਹੈ ਉਹ ਅਸੀਂ ਵਧਾ ਦਿਆਂਗੇ। ਉਹ ਕੀ ਸੀ? ਮਾਈਨਿੰਗ, ਐਕਸਾਈਜ਼ ਅਤੇ ਭ੍ਰਸ਼ਟਾਚਾਰ ਨੂੰ ਰੋਕ ਕੇ ਅਸੀਂ ਥਾਊਜ਼ੈਂਡਸ ਆਫ ਕਰੋੜਸ, ਮਤਲਬ 20,000 ਤੋਂ ਜ਼ਿਆਦਾ ਕਰੋੜਾਂ ਦੀ ਗੱਲ ਹੋਈ ਸੀ। ਅਤੇ ਉਹ ਹੁਣ 2 ਬਜਟ ਆ ਚੁੱਕੇ ਹੈ ਅਤੇ ਕਿੱਥੇ ਹੀ ਉਹ ਦੇਖਣ ਨੂੰ ਨਹੀਂ ਮਿਲ ਰਿਹਾ ਵੀ ਆਹ ਰੈਵਨਿਊ ਮਤਲਬ ਰੇਜ਼ ਕਿੱਥੋਂ ਹੋਊਗਾ, ਉਹੀ ਬਜਟ। ਐਂਡ ਐਗਰੀਕਲਚਰ ਦੀ ਜੇ ਮੈਂ ਗੱਲ ਕਰਾਂ, ਕਿਉਂਕਿ ਆਪਣਾ ਹਲਕਾ ਜਿਹੜਾ, ਆਪਣੇ ਅਬੋਹਰ ਦੀ ਮੰਡੀ ਜਿਹੜੀ ਹੈ, ਸਾਰਾ ਕੁਝ ਖੇਤੀਬਾੜੀ ਦੇ ਉੱਤੇ ਨਿਰਭਰ ਕਰਦਾ ਹੈ। ਜੇ ਫਸਲ ਚੰਗੀ ਹੋਊਗੀ ਤਾਂ ਹੀ ਮਜ਼ਦੂਰ ਨੂੰ ਮਜ਼ਦੂਰੀ ਮਿਲੂਗੀ, ਤਾਂ ਹੀ ਉਹ ਫਸਲ ਮੰਡੀ 'ਚ ਆਊਗੀ, ਅਤੇ ਆਪਣਾ ਜਿੰਨਾ ਵੀ ਅਬੋਹਰ ਮੰਡੀ ਦੇ ਜਿਹੜੇ ਦੁਕਾਨਦਾਰ ਭਰਾ ਹੈ, ਜਿਹੜਾ ਵਪਾਰ ਹੈ, ਸਾਰਾ ਉਹਦੇ ਨਾਲ ਜੁੜਿਆ। ਅਤੇ 13,000 ਕਰੋੜ ਦਾ ਬਜਟ ਹੈ ਵੈਸੇ ਕਹਿਣ ਨੂੰ ਤਾਂ, ਲੇਕਿਨ ਉਹਨੂੰ ਤੁਸੀਂ ਧਿਆਨ ਨਾਲ ਜੇ ਵੇਖੋ ਅਤੇ ਉਹਦੇ ਵਿੱਚੋਂ 9,000 ਕਰੋੜ ਤਾਂ ਸਿਰਫ ਅਤੇ ਸਿਰਫ ਸਬਸਿਡੀ ਹੈ ਬਿਜਲੀ ਦੀ। ਐਂਡ 1,000 ਕਰੋੜ ਉਹਨਾਂ ਨੇ ਡਾਈਵਰਸੀਫਿਕੇਸ਼ਨ ਵਾਸਤੇ ਰੱਖਿਆ। ਐਂਡ ਉਹ ਵੀ 1,000 ਕਰੋੜ ਜਿਹੜਾ ਡਾਈਵਰਸੀਫਿਕੇਸ਼ਨ ਵਾਸਤੇ ਰੱਖਿਆ ਹੈ, ਉਹਦੇ ਵਿੱਚ ਜ਼ਿਆਦਾ ਅਮਾਊਂਟ ਤਾਂ ਹੈਗਾ ਹੈ ਵੀ ਉਹਨੂੰ ਜੇ ਰੇਟ ਚਾਵਲ ਦਾ ਜਾਂ ਜੇ ਫਲਕਚੁਏਟ ਹੋ ਜਾਂਦਾ ਉਹਨੂੰ ਖਰੀਦਣ ਵਾਸਤੇ, ਐਕਚੁਅਲ ਦੇ ਵਿੱਚ ਦਾ ਕੋਈ ਉਹਦੇ ਵਿੱਚ ਡਾਈਵਰਸੀਫਿਕੇਸ਼ਨ ਵਾਸਤੇ ਕੋਈ ਪੈਸਾ ਹੈ ਹੀ ਨਹੀਂ। ਅਤੇ ਬਜਟ ਰਹਿ ਗਿਆ 3,000 ਕਰੋੜ ਦਾ ਖੇਤੀਬਾੜੀ ਦਾ। ਐਂਡ ਪੰਜਾਬ ਵੀ ਇੱਕ ਖੇਤੀਬਾੜੀ ਵਾਲਾ ਸੂਬਾ ਹੈ, ਉਹਦੇ ਨਾਲ ਸਾਰਾ ਕੁਛ ਆਪਣਾ ਕੰਮ ਚੱਲਦਾ ਹੈ। ਅਤੇ ਇਹ ਮੈਂ ਇੱਕ ਉਦਾਹਰਣ ਦੇਣਾ ਚਾਹੁੰਦਾ ਸੀ। ਕੁਛ ਗੱਲਾਂ ਜਿਹੜੀ ਮੈਂ ਉੱਥੇ ਵਿਧਾਨ ਸਭਾ ਦੇ ਵਿੱਚ ਜਿਹੜੇ ਮੁੱਦੇ ਮੈਂ ਪਿਛਲੇ ਹਫ਼ਤੇ ਦੇ ਵਿੱਚ ਮੇਰੇ ਜਿਹੜੇ ਕੁਐਸਚਨਸ ਲੱਗੇ ਸੀ, ਕੁਐਸਚਨ ਅਨਫੋਰਚੂਨੇਟਲੀ ਮੈਂ 10 ਕੁਐਸਚਨ ਲਾਏ ਸੀ, ਲੱਗਿਆ ਇੱਕੋ ਹੀ ਸੀਗਾ। ਅਤੇ ਮੈਂ ਇੱਕ ਕੁਐਸਚਨ ਲਾਇਆ ਸੀ ਵੀ ਪੰਜਾਬ ਸਰਕਾਰ ਜਿਹੜਾ ਬੀਜ ਹੈ ਅਤੇ ਜਿਹੜੀ ਦਵਾਈਆਂ ਹੈ, ਪੈਸਟੀਸਾਈਡ ਹੈ,
ਉਹਨਾਂ ਨੂੰ ਟਰੈਕ ਕਰਨ ਵਾਸਤੇ ਕਦੋਂ ਤੱਕ ਉਹ ਸਿਸਟਮ ਲੈ ਕੇ ਆਊਗੀ। ਐਂਡ ਮੈਨੂੰ ਇਸ ਗੱਲ ਦੀ ਖੁਸ਼ੀ ਵੀ ਹੈ, ਮੈਂ ਸਰਕਾਰ ਨੂੰ ਤੇ ਮੈਂ ਧਾਲੀਵਾਲ ਸਾਹਿਬ ਨੂੰ ਆ ਕਿਹਾ ਵੀ ਸੀਗਾ ਵੀ ਉਹਨਾਂ ਨੇ ਇਸ ਬਜਟ ਦੇ ਵਿੱਚ ਟਰੈਕ ਐਂਡ ਟਰੇਸ ਸਿਸਟਮ ਬੀਜ ਦੀ ਕੁਆਲਿਟੀ ਵਾਸਤੇ ਕੁਝ ਪੈਸੇ ਦੀ ਐਲੋਕੇਸ਼ਨ ਕੀਤੀ ਹੈ, ਤੇ ਉਹਨਾਂ ਨੇ ਮੈਨੂੰ ਜਵਾਬ ਦਿੱਤਾ ਸੀ ਵੀ ਹੁਣ ਜਿਹੜੀ ਸੋਣੀ ਦੀ ਫਸਲਾਂ ਆਊਗੀ ਉਸ ਟਾਈਮ ਤੱਕ ਆ ਸਿਸਟਮ ਲਾਗੂ ਕਰ ਦੇਣਗੇ। ਆਹ ਗੱਲ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਕਿਸਾਨ ਕਈ ਵਾਰੀ ਮਜਬੂਰੀ ਦੇ ਵਿੱਚ ਖੁਦਕੁਸ਼ੀ ਤੱਕ ਜਦੋਂ ਖੁਦਕੁਸ਼ੀ ਕਰਨੀ ਪੈ ਜਾਂਦੀ ਕਿਸਾਨ ਨੂੰ ਮਜਬੂਰ ਹੋ ਕੇ, ਉਹਦੇ ਵਿੱਚ ਇੱਕ ਵੱਡਾ ਫੈਕਟਰ ਹੈ ਨਕਲੀ ਬੀਜ ਤੇ ਨਕਲੀ ਦਵਾਈ। ਨਕਲੀ ਬੀਜ ਵਾਸਤੇ ਉਹ ਕੁਝ ਐਲੋਕੇਸ਼ਨ ਕੀਤੀ ਹੈ, ਲੇਕਿਨ ਪੈਸਟੀਸਾਈਡ ਵਾਸਤੇ ਮੈਂ ਹੁਣ ਸਪੀਕਰ ਸਾਹਿਬ ਨੂੰ ਮੈਂ ਚਿੱਠੀ ਵੀ ਲਿਖਣ ਜਾ ਰਿਹਾ ਕਿਉਂਕਿ ਜਵਾਬ ਅੱਧਾ ਦਿੱਤਾ ਸਰਕਾਰ ਨੇ ਮੈਨੂੰ ਬੀਜ ਦਾ ਤਾਂ ਦੱਸਤਾ ਵੀ ਕਦੋਂ ਤੱਕ ਅਸੀਂ ਇਹ ਟਰੈਕ ਐਂਡ ਟਰੇਸ ਸਿਸਟਮ ਲੈ ਕੇ ਆਵਾਂਗੇ ਤਾਂ ਕਿ ਬੀਜ ਜਿਹੜਾ ਹੈ ਹਰ ਕਿਸਾਨ ਉਹਨੂੰ ਟਰੇਸ ਕਰ ਸਕੇ, ਪਰ ਪੈਸਟੀਸਾਈਡ ਦਾ ਸਰਕਾਰ ਨੇ ਮੈਨੂੰ ਜਵਾਬ ਨਹੀਂ ਦਿੱਤਾ। ਐਂਡ ਇਟ ਇਜ਼ ਦ ਨੀਡ ਆਫ ਦੀ ਆਵਰ। ਐਂਡ ਪੰਜਾਬ ਦੇ ਵਿੱਚ ਅੱਜ ਤੱਕ ਕੋਈ ਵੀ ਪੈਸਟੀਸਾਈਡ ਰਿਲੇਟਡ ਕੋਈ ਸੈਂਪਲ ਹੀ ਮਤਲਬ ਫੇਲ ਨਹੀਂ ਹੋਇਆ। ਸੈਂਪਲ ਜੇ ਫੇਲ ਹੋ ਵੀ ਜਾਂਦਾ ਉਹ ਜਦੋਂ ਰੀਚੈਕਿੰਗ ਹੁੰਦੀ ਹੈ ਉਹ ਸੈਂਪਲ ਉਹਦੇ ਵਿੱਚ ਪਾਸ ਹੋ ਜਾਂਦਾ ਹੈ, ਤੇ ਇਹਦੇ ਉੱਤੇ ਸਰਕਾਰ ਨੂੰ ਬਹੁਤ ਗੌਰ ਕਰਨ ਦੀ ਜ਼ਰੂਰਤ ਹੈ। ਦੂਜੀ ਗੱਲ, ਬਜਟ ਦੇ ਵਿੱਚ ਹੈਡਲਾਈਨ ਸੀਗੀ ਗਵਰਨਮੈਂਟ ਅਨਾਉਂਸਸ ਨਿਊ ਕ੍ਰੌਪ ਇੰਸ਼ੋਰੈਂਸ ਸਕੀਮ, ਵੀ ਇੱਕ ਸਰਕਾਰ ਨੇ ਅਨਾਉਂਸਮੈਂਟ ਕੀਤੀ ਵੀ ਅਸੀਂ ਨਵੀਂ ਇੱਕ ਫਸਲ ਬੀਮਾ ਯੋਜਨਾ ਲੈ ਕੇ ਆ ਰਹੇ ਹਾਂ। ਇਹਨੂੰ ਅਨਾਉਂਸਮੈਂਟ ਕੀ ਸੀ? ਅਨਾਉਂਸਮੈਂਟ ਸੀਗੀ ਵੀ ਇੱਕ ਅਨਾਉਂਸਮੈਂਟ ਅਸੀਂ ਕਰਾਂਗੇ, ਤੇ 1 ਸਾਲ ਹੋ ਗਿਆ ਸਰਕਾਰ ਨੂੰ, ਨਾ ਤਾਂ ਕੋਈ ਐਗਰੀਕਲਚਰ ਦੀ ਪਾਲਿਸੀ ਲੈ ਕੇ ਆਏ। ਐਂਡ ਜਿਹੜੀ ਫਸਲ ਬੀਮਾ ਯੋਜਨਾ ਉਹਨਾਂ ਨੇ ਕਹੀ ਵੀ ਅਸੀਂ ਅਨਾਉਂਸ ਕਰ ਰਹੇ ਹਾਂ, ਉਹਦੇ ਵਿੱਚ ਵੀ ਮਾਤਰ ਇੱਕ ਅਨਾਉਂਸਮੈਂਟ ਹੈ, ਕਿਉਂਕਿ ਕਿਸਾਨਾਂ ਦੇ ਮਨ ਦੇ ਵਿੱਚ ਬਹੁਤ ਕਿਸਾਨ ਉਲਝਣ 'ਚ ਹੈ ਵੀ ਆਹ ਪਾਲਿਸੀ ਹੈ ਕਿ ਗਵਰਨਮੈਂਟ ਭਾਰਤ ਸਰਕਾਰ ਦੀ ਜਿਹੜੀ ਪਾਲਿਸੀ ਹੈ ਜਿਹਦੇ ਵਿੱਚ ਹੁਣ ਕਾਫੀ ਸੁਧਾਰ ਹੋਇਆ ਹੈ ਵੀ ਉਹ ਪਾਲਿਸੀ ਹੈ ਜਾਂ ਤੁਸੀਂ ਆਪਣੀ ਪਾਲਿਸੀ ਲੈ ਕੇ ਆਓਗੇ, ਉਹਦੇ ਦੋਨਾਂ ਨੂੰ ਕੀ ਕੰਬਾਈਨ ਕਰੋਗੇ। ਐਂਡ ਉਹਦੇ ਵਿੱਚ ਜਿਹੜੀ ਕਿਸਾਨ ਦੇ ਮਨ ਦੇ ਵਿੱਚ ਸ਼ੰਕਾਵਾਂ ਹੈ ਵੀ ਇਹਦੇ ਵਿੱਚ ਤੁਸੀਂ ਕੀ ਪਾਓਗੇ। ਮੌਸਮ, ਕਿਉਂਕਿ ਹੁਣ ਗਲੋਬਲ ਵਾਰਮਿੰਗ ਦੇ ਨਾਲ ਮੌਸਮ ਦੇ ਨਾਲ ਜੇ ਕੋਈ ਫਸਲ ਦਾ ਨੁਕਸਾਨ ਹੁੰਦਾ ਹੈ, ਜਾਂ ਜਿਵੇਂ ਹੁਣ ਗਲੋਬਲ ਵਾਰਮਿੰਗ ਦੀ ਵਜ੍ਹਾ ਨਾਲ ਮੌਸਮ ਚੇਂਜ ਹੋ ਰਿਹਾ ਉਹਦੇ ਨਾਲ ਕੋਈ ਫਸਲ ਦਾ ਝਾੜ ਜਿਹੜਾ ਉਹ ਜੇ ਘਟ ਗਿਆ ਉਹ ਇਹਦੇ ਵਿੱਚ ਇੰਕਲੂਡ ਕਰੋਗੇ, ਕਿਹੜੀ ਫਸਲਾਂ ਇੰਕਲੂਡ ਕਰੋਗੇ। ਤੇ ਪ੍ਰਸ਼ਨ ਚਿੰਨ੍ਹ ਜ਼ਿਆਦਾ ਹੈ, ਸਵਾਲ ਮਤਲਬ ਸਰਕਾਰ ਨੇ ਸਹੀ ਢੰਗ ਨਾਲ ਨਹੀਂ ਦਿੱਤਾ। ਦੂਜਾ, ਇੱਕ ਸਰਕਾਰ ਨੇ ਬੋਸਟਨ ਕੰਸਲਟਿੰਗ ਗਰੁੱਪ ਉਹਨਾਂ ਨਾਲ ਇੱਕ ਤਾਲਮੇਲ ਕੀਤਾ ਹੈ, ਉਹ ਪਾਲਿਸੀ ਬਣਾ ਰਹੇ ਐਗਰੀਕਲਚਰ ਪਾਲਿਸੀ ਤੇ ਕ੍ਰੌਪ ਇੰਸ਼ੋਰੈਂਸ ਪਾਲਿਸੀ। ਮੈਨੂੰ ਹੈਰਾਨਗੀ ਦੀ ਗੱਲ ਹੈ ਵੀ ਆਪਣੇ ਪੰਜਾਬ ਦੇ ਜਿਹੜੇ PAU ਦੇ ਸਾਇੰਟਿਸਟ ਹੈ, ਵਿਗਿਆਨਿਕ ਹੈ, ਬਾਕੀ ਸੂਬੇ ਉਹਨਾਂ ਤੋਂ ਆ ਕੇ ਰਾਏ ਲੈਂਦੇ ਹੈ, ਲੇਕਿਨ ਪੰਜਾਬ ਪਤਾ ਨਹੀਂ ਇੱਕ ਬੋਸਟਨ ਕੰਸਲਟਿੰਗ ਗਰੁੱਪ, ਸਾਨੂੰ ਪਤਾ ਹੀ ਨਹੀਂ ਉਹਨਾਂ ਦੀ ਕੀ ਕੁਆਲੀਫਿਕੇਸ਼ਨ ਹੈ, ਤੇ ਉਹਨਾਂ ਤੋਂ ਅਸੀਂ ਪਾਲਿਸੀ ਬਣਵਾ ਰਹੇ ਹਾਂ। ਇੱਕ ਪ੍ਰਸ਼ਨ ਚਿੰਨ੍ਹ ਖੜਾ ਹੁੰਦਾ ਇੱਥੇ। ਸਰਕਾਰ ਕਿਸਾਨ ਮਿਲਣੀਆਂ ਕਰ ਰਹੀ ਹੈ, ਉਹਦਾ ਬਜਟ ਦੇ ਵਿੱਚ ਜ਼ਿਕਰ ਕੀਤਾ ਹੈ, ਲੇਕਿਨ ਉਹਦਾ ਤੋਂ ਕੀ ਆਊਟਪੁੱਟ ਆਇਆ? ਮਤਲਬ ਪੰਜਾਬ ਦਾ ਕਿਸਾਨ ਜਿਹੜਾ ਇੰਨੇ ਟਾਈਮ ਤੋਂ ਮਤਲਬ ਪੂਰੇ ਦੇਸ਼ ਨੂੰ ਆਪਣੇ ਦਾਣੇ ਭੇਜ ਰਿਹਾ ਹੈ ਤੇ ਉਹ ਸક્ષਮ ਹੈ, ਉਹਨਾਂ ਤੋਂ ਕੀ ਤੁਸੀਂ ਆਊਟਪੁੱਟ ਕੱਢਿਆ? ਇੱਕ ਮੈਂ ਬੜਾ ਹੈਰਾਨ ਸੀ, ਭਾਵ ਅੰਤਰ ਭੁਗਤਾਨ ਯੋਜਨਾ, ਭਾਵ ਅੰਤਰ ਭੁਗਤਾਨ ਯੋਜਨਾ ਸਰਕਾਰ ਲੈ ਕੇ ਆਈ ਹੈ, ਲੇਕਿਨ ਇੱਕ ਵਧੀਆ ਸੋਚ ਹੈ, ਲੇਕਿਨ ਉਹਦੀ ਐਲੋਕੇਸ਼ਨ ਜਿਹੜੀ ਸਰਕਾਰ ਨੇ ਕੀਤੀ ਹੈ ਮਾਤਰ 15 ਕਰੋੜ। ਐਂਡ ਮੈਂ ਉਦਾਹਰਣ ਦੇਣਾ ਚਾਹੁੰਦਾ, ਜੇ ਮੈਂ ਮੇਰੇ ਪੰਚਕੋਸੀ ਪਿੰਡ ਦੀ ਗੱਲ ਕਰਾਂ, ਸਾਡੇ ਪੰਚਕੋਸੀ ਦਾ ਲਗਭਗ 2700 ਏਕੜ ਰਕਬਾ ਉੱਥੇ ਬਾਗ ਲੱਗੇ ਇੱਕ ਪਿੰਡ ਦੇ ਵਿੱਚ। ਐਂਡ ਜੇ ਮੈਂ ਇਸ ਸਾਲ ਦੀ ਗੱਲ ਕਰਾਂ, ਇਕੱਲੇ ਪੰਚਕੋਸੀ ਤੋਂ 23 ਕਰੋੜ ਦੀ ਹਾਰਟੀਕਲਚਰ ਦੀ ਬਾਗਾਂ ਦੀ ਫਸਲ ਆਈ ਹੈ। ਐਂਡ ਉਹਦੀ ਫਲਕਚੁਏਸ਼ਨ ਵਾਸਤੇ ਆ ਜਿਹੜਾ ਭਾਵ ਅੰਤਰ ਭੁਗਤਾਨ ਵੀ ਜੇ ਰੇਟ ਦੇ ਵਿੱਚ ਜ਼ਿਆਦਾ ਫਰਕ ਆ ਜੇ, ਸਰਕਾਰ ਨੇ ਮਾਤਰ 15 ਕਰੋੜ ਦੀ ਐਲੋਕੇਸ਼ਨ ਕੀਤੀ ਹੈ, ਤੇ ਕਿਤੇ ਨਾ ਕਿਤੇ ਸਰਕਾਰ ਨੂੰ ਇਸ ਗੱਲ ਦੇ ਉੱਤੇ ਵਿਚਾਰ ਕਰਨਾ ਚਾਹੀਦਾ ਹੈ। ਇੱਕ ਜਿਹੜੀ ਮੈਂ ਸਰਕਾਰ ਨੂੰ ਇਰੀਗੇਸ਼ਨ ਦੇ ਰਿਗਾਰਡਿੰਗ, ਮੈਨੂੰ ਥੋੜ੍ਹਾ ਜਿਹਾ ਵਕਤ ਵੀ ਮਿਲਿਆ ਸੀਗਾ, ਵੱਡੀ ਨਹਿਰਾਂ ਵਾਸਤੇ 800 ਕਰੋੜ ਦੀ ਐਲੋਕੇਸ਼ਨ ਸੀ, ਬਹੁਤ ਵਧੀਆ ਗੱਲ ਹੈ, ਲੇਕਿਨ ਆਪਾਂ ਟੇਲਾ 'ਤੇ ਬੈਠੇ ਹਾਂ ਤੇ ਜਿਹੜੇ ਖਾਲੇ ਹੈ, ਜਿਹੜੇ ਆਪਾਂ ਨੂੰ ਜਦੋਂ ਨਹਿਰ ਤੁਸੀਂ ਠੀਕ ਕਰਤੀ, ਨਹਿਰ ਦੇ ਵਿੱਚ ਪਾਣੀ ਆ ਗਿਆ, ਪਰ ਅਲਟੀਮੇਟਲੀ ਮੇਰੇ ਖੇਤ ਤੱਕ ਪਾਣੀ ਲਿਜਾਣ ਵਾਸਤੇ ਮੈਨੂੰ ਖਾਲਿਆਂ ਦੀ ਬੜੀ ਸਖਤ ਜ਼ਰੂਰਤ ਹੈ। ਐਂਡ ਖਾਲਿਆਂ ਵਾਸਤੇ ਮਾਤਰ 119 ਕਰੋੜ ਦੀ ਐਲੋਕੇਸ਼ਨ ਹੈ।
ਐਂਡ ਜੇ ਆਪਣੇ ਕੁਛ ਅੱਜ ਤੋਂ 3 ਸਾਲ ਪਹਿਲੇ ਅਸੀਂ ਇੱਕ ਨਬਾਰਡ ਦਾ ਪ੍ਰੋਜੈਕਟ ਬਣਾਇਆ ਸੀ ਖਾਲਿਆਂ ਵਾਸਤੇ 32 ਕਰੋੜ ਦਾ ਪ੍ਰੋਜੈਕਟ ਸੀਗਾ ਐਂਡ ਉਹਦੇ ਵਿੱਚ ਵੀ ਮਾਤਰ ਮੇਰੇ ਖਿਆਲ 40% ਹੀ ਖਾਲੇ ਕਵਰ ਹੋਏ ਹੋਣੇ। ਅਗੇਨ ਕਹਿਣ ਦਾ ਭਾਵ ਹੈ ਆ ਮੈਂ ਸਰਕਾਰ ਨੂੰ ਵੀ ਆ ਗੱਲ ਮੈਂ ਹਾਊਸ ਦੇ ਵਿੱਚ ਵੀ ਮੀਤ ਹੇਅਰ ਜੀ ਨੂੰ ਕਹੀ ਸੀ ਵੀ ਇਹਦੀ ਐਲੋਕੇਸ਼ਨ ਵਧਾਉਣੀ ਚਾਹੀਦੀ ਹੈ ਸਪੈਸ਼ਲੀ ਟੇਲਾਂ ਵਾਸਤੇ। ਐਂਡ ਆਪਾਂ ਬਾਰ-ਬਾਰ ਪਾਣੀ ਦੀ ਗੱਲ ਕਰਦੇ ਹਾਂ, ਪਾਣੀ ਬਚਾਉਣ ਦੀ ਗੱਲ ਕਰਦੇ ਹਾਂ, ਟੇਲਾਂ ਵਾਲੇ ਪਾਣੀ ਦੀ ਵੈਲਿਊ ਸਮਝਦੇ, ਅਸੀਂ ਇੱਕ ਇੱਕ ਬੂੰਦ ਦੀ ਵੈਲਿਊ ਸਮਝਦੇ ਹਾਂ ਐਂਡ ਇਹਦੀ ਐਲੋਕੇਸ਼ਨ ਵਾਸਤੇ ਮੈਂ ਰਿਕੁਐਸਟ ਕੀਤੀ ਸਰਕਾਰ ਨੂੰ ਗਾਂ ਤੋਂ ਧਿਆਨ ਦੇਣਾ ਚਾਹੀਦਾ ਹੈ। ਐਂਡ ਇੱਕ ਗੱਲ ਜਦੋਂ ਮੈਂ ਆ ਗੱਲ ਕਰ ਰਿਹਾ ਸੀਗਾ ਜਿਹੜੇ ਫਾਜ਼ਿਲਕਾ ਦੇ ਵਿਧਾਇਕ ਹੈ ਉਹ ਵਿੱਚ ਖੜੇ ਹੋ ਕੇ ਉਹਨਾਂ ਨੇ ਕਿਹਾ ਕਿ ਜੀ ਟੇਲਾਂ ਦੇ ਉੱਤੇ ਪਾਣੀ ਪੂਰਾ ਹੈ ਤੇ ਸੰਦੀਪ ਜਾਖੜ ਐਵੇਂ ਹੀ ਰੌਲਾ ਪਾਈ ਜਾਂਦਾ ਹੈ। ਤੇ ਮੈਂ ਹਾਊਸ ਦੇ ਵਿੱਚ ਉੱਥੇ ਮੈਂ ਵਿਧਾਇਕ ਨੂੰ ਵੀ ਤੇ ਮੈਂ ਮੀਤ ਹੇਅਰ ਮੰਤਰੀ ਸਾਹਿਬ ਨੂੰ ਵੀ ਕਿਹਾ ਸੀ ਵੀ ਤੁਸੀਂ ਇੱਕ ਦਿਨ ਆ ਜਾਓ ਸਾਡੇ ਮੋਗੇ ਚੈੱਕ ਕਰ ਲਓ ਤੇ ਆ ਕੇ ਟੇਲਾਂ ਚੈੱਕ ਕਰ ਲਓ ਤੇ ਦੇਖ ਲਓ ਕਿੰਨਾ ਪਾਣੀ ਪੂਰਾ ਹੈ ਤੇ ਟੇਲਾਂ ਤੇ ਕਿਸਾਨ ਦਾ ਕੀ ਹਾਲ ਹੈ। ਐਂਡ ਮੈਂ ਸਰਕਾਰ ਨੂੰ ਇੱਕ ਹੋਰ ਸੁਝਾਅ ਦਿੱਤਾ ਸੀ ਅਕਸਰ ਕੀ ਹੁੰਦਾ ਹੈ ਮੋਗਿਆਂ ਦੀ ਅੱਜ ਕੱਲ੍ਹ ਇਸ਼ੂ ਨਹਿਰ ਬਣ ਚੁੱਕੀ ਹੈ ਤੇ ਮੋਗਿਆਂ ਦੀ ਬੜੀ ਇਸ਼ੂ ਹੈ ਵੀ ਮੋਗੇ ਜਿਹੜੇ ਲੱਗ ਰਹੇ ਸਹੀ ਨਹੀਂ ਲੱਗ ਰਹੇ ਐਸ ਪਰ ਡਿਜ਼ਾਈਨ ਨਹੀਂ ਲੱਗ ਰਹੇ ਚੱਕ ਕੇ ਲਾ ਰਹੇ ਤੇ ਮੈਂ ਮੰਤਰੀ ਨੂੰ ਤੇ ਸਰਕਾਰ ਨੂੰ ਆ ਸੁਝਾਅ ਦਿੱਤਾ ਸੀਗਾ ਵੀ ਜਿਹੜਾ ਆਪਣਾ ਹੈੱਡ ਹੈ ਉੱਥੇ ਜਿਹੜੀ ਸਰਕਾਰ ਦੀ ਗੇਜ ਹੈ ਇਰੀਗੇਸ਼ਨ ਮਹਿਕਮੇ ਦੀ ਜਿਹੜੀ ਗੇਜ ਹੈ ਉਹਦੇ ਤੋਂ 15 ਦਿਨ 20 ਦਿਨ ਇੱਕ ਐਵਰੇਜ ਕੱਢੀ ਜਾਵੇ ਕਿਉਂਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਨਹਿਰ ਦੇ ਵਿੱਚ ਫਲਕਚੁਏਸ਼ਨ ਬਹੁਤ ਹੁੰਦੀ ਹੈ। ਅਕਸਰ ਕੀ ਹੁੰਦਾ ਜਿਸ ਦਿਨ ਮਹਿਕਮੇ ਨੇ ਚੈੱਕ ਕਰਨ ਆਉਣਾ ਹੁੰਦਾ ਉਹ ਮਗਰੋਂ ਪਾਣੀ ਪੂਰਾ ਕਰ ਦਿੰਦੇ ਜਾਂ ਕੜੀਆਂ ਕੁੜੀਆਂ ਲਾ ਕੇ ਉਸ ਦਿਨ ਤਾਂ ਪਾਣੀ ਪੂਰਾ ਹੋ ਜਾਂਦਾ ਹੈ। ਤੇ ਮੇਰੀ ਸਰਕਾਰ ਨੂੰ ਇਹ ਗੁਜ਼ਾਰਿਸ਼ ਹੈ ਵੀ ਜਦੋਂ ਵੀ ਤੁਸੀਂ ਸਪੈਸ਼ਲੀ ਟੇਲਾਂ ਵਾਸਤੇ ਥੋੜਾ ਮਾਰਜਨ ਜ਼ਰੂਰ ਮੋਗਿਆਂ 'ਚ ਦੇਣਾ ਚਾਹੀਦਾ ਐਂਡ ਬੇਸ ਇਟ ਔਨ ਦਾ ਐਵਰੇਜ ਵੀ ਤੁਸੀਂ ਹੈੱਡ ਦੇ ਉੱਤੇ ਗੇਜ ਦੀ 15-20 ਦਿਨ ਦੀ ਐਵਰੇਜ ਲੈ ਕੇ ਉਸ ਹਿਸਾਬ ਨਾਲ ਥੋੜਾ ਜਿਹਾ ਅਸੀਂ ਕਿਸੇ ਦਾ ਹੱਕ ਨਹੀਂ ਮਾਰਨਾ ਚਾਹੁੰਦੇ ਪਰ ਟੇਲਾਂ ਤੇ ਪਹਿਲੇ ਹੀ ਪਾਣੀ ਨਹੀਂ ਹੈ ਤੇ ਉਹ ਸਾਨੂੰ ਪਲੀਜ਼ ਆ ਮੈਂ ਸਰਕਾਰ ਨੂੰ ਰਿਕੁਐਸਟ ਕੀਤੀ ਸੀ ਤੇ ਮੈਂ ਆ ਰਿਟਨ 'ਚ ਵੀ ਉਹਨਾਂ ਨੂੰ ਦੇਵਾਂਗਾ। ਇੱਕ ਮੈਂ ਸਰਕਾਰ ਨੂੰ ਤੇ ਤੁਹਾਨੂੰ ਵੀ ਦੱਸਣਾ ਚਾਹੁੰਦਾ ਦੇਖੋ ਸਰਕਾਰ ਕੋਲੇ 800 ਕਰੋੜ ਰੁਪਈਆ ਨਬਾਰਡ ਦਾ ਆਇਆ 800 ਕਰੋੜ ਐਂਡ ਉਹਦੇ ਵਿੱਚੋਂ ਸਿਰਫ ਮਾਤਰ 160 ਕਰੋੜ ਦੇ ਪ੍ਰੋਜੈਕਟ ਬਣੇ ਪੈਸਾ ਹੌਲੀ ਹੌਲੀ ਲੈਪਸ ਹੋ ਰਿਹਾ ਐਂਡ ਸਰਕਾਰ ਨੂੰ ਗਵਰਨੈਂਸ ਇਸੇ ਨੂੰ ਹੀ ਕਹਿੰਦੇ ਆ। ਇੱਕ ਪਾਸੇ ਆਪਾਂ ਕਹਿੰਦੇ ਵੀ ਸੈਂਟਰ ਸਾਡੇ ਨਾਲ ਭੇਦਭਾਵ ਕਰ ਰਿਹਾ ਲੇਕਿਨ ਜਿਹੜਾ ਆਪਣੇ ਕੋਲੇ ਪੈਸਾ ਆਇਆ ਹੋਇਆ ਉਹਦਾ ਆਪਾਂ ਸਹੀ ਇਸਤੇਮਾਲ ਤਾਂ ਕਰੀਏ ਪ੍ਰੋਜੈਕਟਸ ਇਹ ਬਣਨਗੇ ਹੀ ਨਹੀਂ ਤੇ ਉਹ ਫੰਡ ਯੂਟਿਲਾਈਜ਼ ਕਿਵੇਂ ਹੋਊਗਾ। ਐਂਡ ਇੰਟਰਸਟ ਫ੍ਰੀ ਮਤਲਬ 50 ਸਾਲ ਇੰਟਰਸਟ ਫ੍ਰੀ ਆਲਸੋ ਸਰਕਾਰ ਪੈਸਾ ਦੇ ਰਹੀ ਹੈ ਸੂਬਿਆਂ ਨੂੰ ਟੂ ਆਫਸੈਟ ਉਹ ਜਿਹੜਾ GST ਕਰਕੇ ਲੇਕਿਨ ਪ੍ਰੋਜੈਕਟਸ ਹੀ ਨਹੀਂ ਬਣ ਰਹੇ ਇੱਥੋਂ ਪੰਜਾਬ ਵੱਲੋਂ ਪ੍ਰੋਜੈਕਟਸ ਹੀ ਨਹੀਂ ਬਣਾਏ ਜਾ ਰਹੇ ਤੇ ਇਹਦੇ ਉੱਤੇ ਵੀ ਸਰਕਾਰ ਨੂੰ ਗੌਰ ਕਰਨਾ ਚਾਹੀਦਾ। ਇੱਕ ਜਿਹੜੀ ਗੱਲ ਮੈਂ ਸਵਾਲ ਵੀ ਲਿਖ ਕੇ ਭੇਜਿਆ ਸੀਗਾ ਸਰਕਾਰ ਨੂੰ ਉਹਦਾ ਆਈ ਥਿੰਕ ਜਵਾਬ ਤਾਂ ਆਊਗਾ ਲੇਕਿਨ ਹੁਣੇ ਉਹਨਾਂ ਨੇ ਜਿਹੜੀ ਬਿਜ਼ਨਸ ਵਾਸਤੇ ਵਪਾਰ ਵਾਸਤੇ ਜਿਹੜੀ ਇੱਕ ਸਮਿਟ ਕੀਤੀ ਸੀ ਸਮਿਟ ਦਾ ਨਾਂ ਸੀ ਆਈ ਥਿੰਕ ਨਹੀਂ ਜੀ ਜਿਹੜੀ ਇਨਵੈਸਟ ਪੰਜਾਬ ਹਾਂ ਤੇ ਮੈਂ ਸਰਕਾਰ ਨੂੰ ਕਿਹਾ ਸੀ ਚੰਗੀ ਗੱਲ ਹੈ ਆਪਾਂ ਨੂੰ ਵਪਾਰ ਦੀ ਜ਼ਰੂਰਤ ਹੈ ਇੰਡਸਟਰੀ ਦੀ ਜ਼ਰੂਰਤ ਹੈ ਲੇਕਿਨ ਅਬੋਹਰ ਦੇ ਵਿੱਚ ਜਿਹੜਾ ਅਬੋਹਰ ਦਾ ਫੋਕਲ ਪੁਆਇੰਟ ਹੈ ਉੱਥੇ 1 ਸਾਲ ਤੋਂ ਲੋਕ ਵਪਾਰੀ ਜਿਹੜੇ ਹੈ ਵਪਾਰੀ ਭਰਾ ਜਿਹੜੇ ਹੈ ਉਹ ਉੱਥੇ ਯੂਨਿਟਸ ਲਾਉਣਾ ਚਾਹੁੰਦੇ ਹੈ ਕਈਆਂ ਨੇ ਲਾ ਵੀ ਦਿੱਤੀ ਲੇਕਿਨ ਉਹਨਾਂ ਨੂੰ ਕਨੈਕਸ਼ਨ ਨਹੀਂ ਮਿਲ ਰਿਹਾ ਬਿਜਲੀ ਦਾ ਐਂਡ ਕਿਉਂ ਨਹੀਂ ਮਿਲ ਰਿਹਾ ਬਿਜਲੀ ਦਾ ਕਨੈਕਸ਼ਨ ਕਿਉਂਕਿ PSIEC ਤੇ PSPCL ਜਿਹੜਾ ਹੈ ਉਹਨਾਂ ਦਾ ਕੋਈ ਆਪਸੀ ਵਿਵਾਦ ਹੈ ਐਂਡ ਉਹਦੀ ਵਜ੍ਹਾ ਨਾਲ ਅਬੋਹਰ ਦਾ ਨੁਕਸਾਨ ਹੋ ਰਿਹਾ ਹੈ ਪੰਜਾਬ ਦਾ ਨੁਕਸਾਨ ਹੋ ਰਿਹਾ ਉਹਨਾਂ ਨੇ ਸਾਰੀ ਫੀਸ ਭਰਤੀ ਸਾਰਾ ਕੁਝ ਹੈ ਤੇ ਇਹ ਜਿਹੜੀ ਚੀਜ਼ਾਂ ਹੈ ਅਗੇਨ ਇਟ ਕਮਸ ਡਾਊਨ ਟੂ ਗਵਰਨੈਂਸ ਇਹ ਚੀਜ਼ਾਂ ਹੈ ਇਹਨਾਂ ਦੇ ਉੱਤੇ ਗੌਰ ਕਰੋ। ਦੂਜਾ ਜਿਹੜਾ ਹੈ ਇਸ਼ੂ ਲਾਅ ਐਂਡ ਆਰਡਰ ਦਾ ਦੇਖੋ ਸਾਰਾ ਕੁਝ ਆਪਾਂ ਇੱਕ ਪਾਸੇ ਆਪਾਂ ਵਪਾਰੀਆਂ ਵਾਸਤੇ ਸੰਮੇਲਨ ਕਰ ਰਹੇ ਹਾਂ ਆਪਾਂ ਪੂਰੇ ਹਿੰਦੁਸਤਾਨ 'ਚ ਜਾ ਕੇ ਆਪਾਂ ਇੰਡਸਟਰੀਲਿਸਟ ਨੂੰ ਕਹਿ ਰਹੇ ਵੀ ਆ ਕੇ ਪੰਜਾਬ ਦੇ ਵਿੱਚ ਇਨਵੈਸਟ ਕਰੋ ਲੇਕਿਨ ਲਾਅ ਐਂਡ ਆਰਡਰ ਦੀ ਜਿਹੜੀ ਸਿਚੁਏਸ਼ਨ ਹੈ ਉਹ ਸਾਰਿਆਂ ਦੇ ਸਾਹਮਣੇ ਹੈ। ਅਸੈਂਬਲੀ ਦੇ ਵਿੱਚ ਵੀ ਸਾਰੀ ਪਾਰਟੀਆਂ ਨੇ ਆ ਗੱਲ ਕੀਤੀ ਸੀ ਵੀ ਜਿਹੜਾ ਅਜਨਾਲਾ ਦੇ ਵਿੱਚ ਐਪੀਸੋਡ ਹੋਇਆ ਉਹਦੇ ਵਿੱਚ ਸਰਕਾਰ ਦਾ ਵੀ ਬਿਆਨ ਆਇਆ DGP ਸਾਹਿਬ ਦਾ ਵੀ ਬਿਆਨ ਆਇਆ ਲੇਕਿਨ ਉਹਨੂੰ ਮੇਰੇ ਖਿਆਲ 20 ਦਿਨ ਹੋ ਗਏ ਉਸ ਐਪੀਸੋਡ ਨੂੰ ਉਸ ਵਾਰਦਾਤ ਨੂੰ ਤੇ ਅੱਜ ਤੱਕ ਕਿਸੇ ਦੇ ਉੱਤੇ ਕਾਰਵਾਈ ਨਹੀਂ ਹੋਈ। ਤੋ ਆ ਜਿਹੜੀ ਚੀਜ਼ਾਂ ਹੈ ਲੋਕਾਂ ਦੇ ਮਨ ਦੇ ਵਿੱਚ ਆ ਸਵਾਲ ਇੱਕ ਬਹੁਤ ਗੰਭੀਰ ਮੁੱਦਾ ਬਣਿਆ ਹੋਇਆ ਹੈ। ਮੈਂ ਜਿੱਥੇ ਵੀ ਜਾਂਦਾ ਲੋਕ ਪੁੱਛਦੇ ਵੀ ਪੰਜਾਬ ਦੇ ਵਿੱਚ ਕੀ ਹੋ ਰਿਹਾ।
ਇੱਕ ਜਿਹੜੀ ਮੈਂ ਉਸ ਦਿਨ ਡਿਬੇਟ ਹੋਇਆ ਸੀ ਅਸੈਂਬਲੀ ਦੇ ਵਿੱਚ ਸਪੀਕਰ ਸਾਹਿਬ ਨੇ ਕਰਾਇਆ ਸੀ ਦਵਾਈਆਂ ਦੇ ਉੱਤੇ, ਜਿਹੜਾ ਦਵਾਈ MRP ਤੋਂ ਬਹੁਤ ਜ਼ਿਆਦਾ ਕਾਸਟ ਦੇ ਵਿੱਚ ਅਵੇਲੇਬਲ ਹੈ ਐਂਡ ਉਹਦੀ ਪ੍ਰਾਈਸਿੰਗ ਜਿਹੜਾ ਫਾਰਮੂਲਾ ਹੈ ਉਹ ਸਹੀ ਕਰਾਉਣ ਵਾਸਤੇ, ਕਿਉਂਕਿ ਅਕਸਰ ਆਪਾਂ ਕੀ ਵੇਖਦੇ ਹਾਂ, ਕਈ ਦਵਾਈਆਂ MRP 10,000 ਹੈ, ਉਹਨੂੰ ਡਿਸਕਾਊਂਟ ਕਰਕੇ ਫਿਰ ਉਹ ਦੇ ਦਿੰਦੇ 3,000 'ਚ। ਆਪਾਂ ਨੂੰ ਲੱਗਦਾ ਵੀ ਕਿਆ ਬਾਤ ਹੈ, ਲੇਕਿਨ ਉਹਦਾ ਜਿਹੜਾ ਸਹੀ ਕਾਸਟ, ਉਹਦਾ ਇੱਕ ਫਾਰਮੂਲਾ ਜ਼ਰੂਰ ਬਣਾਉਣਾ ਚਾਹੀਦਾ। ਐਂਡ ਦੂਜਾ ਜੈਨੇਰਿਕ ਤੇ ਬ੍ਰਾਂਡਡ ਡਰੱਗਸ, ਉਹਦੇ ਉੱਤੇ ਵੀ ਡਿਬੇਟ ਹੋਇਆ ਸੀ। ਉਹਦੇ ਵਿੱਚ ਮੈਨੂੰ ਸਪੀਕਰ ਸਾਹਿਬ ਨੇ ਵਕਤ ਦਿੱਤਾ ਸੀ ਤੇ ਮੈਂ ਸਰਕਾਰ ਨੂੰ ਆਹ ਸੁਝਾਅ ਦਿੱਤਾ ਸੀ ਵੀ ਬਹੁਤ ਸਾਰੇ ਲੋਕਾਂ ਨੂੰ ਜੈਨੇਰਿਕ ਤੇ ਬ੍ਰਾਂਡਡ ਦੇ ਵਿੱਚ ਫਰਕ ਕੀ ਹੈ ਨਹੀਂ ਪਤਾ, ਕਿਉਂਕਿ ਅਕਸਰ ਕਈ ਵਾਰ ਆਪਾਂ ਜਾਂਦੇ ਹਾਂ, ਇੱਕ ਉਹੀ ਦਵਾਈ ਹੈ, ਉਹੀ ਸਾਲਟ ਹੈ, ਇੱਕ ਤਾਂ 10 ਰੁਪਏ ਦੀ ਹੈ, ਇੱਕ 1 ਰੁਪਏ ਦੀ ਹੈ, ਤੇ ਕਈ ਵਾਰ ਮੇਰੇ ਮਨ 'ਚ ਵੀ ਸਵਾਲ ਆ ਜਾਂਦਾ ਵੀ ਮੈਂ ਯਾਰ ਘਰਦਿਆਂ ਵਾਸਤੇ ਸਸਤੀ ਕਿਉਂ ਲੈ ਕੇ ਜਾਵਾਂ, ਮਤਲਬ ਵੀ ਹੋ ਸਕਦਾ, ਲੇਕਿਨ ਉਹਦਾ ਰਿਜ਼ਲਟ, ਉਹਦੇ ਸਾਲਟਸ, ਉਹਦਾ ਇਫੈਕਟ ਸੇਮ ਹੈ। ਤੇ ਲੋਕਾਂ ਨੂੰ ਐਜੂਕੇਟ ਕੀਤਾ ਜਾਵੇ ਵੀ ਜੈਨੇਰਿਕ ਤੇ ਬ੍ਰਾਂਡਡ ਡਰੱਗਸ ਹੈ ਕੀ। ਐਂਡ ਮੈਂ ਸੁਝਾਅ ਆ ਦਿੱਤਾ ਸੀ ਵੀ ਆਸ਼ਾ ਵਰਕਰਸ ਜਿਹੜੀ ਹੈ ਆਪਣੀ, ਇਟ ਵਾਜ਼ ਅ ਸੁਜੈਸ਼ਨ ਵੀ ਉਹਨਾਂ ਨੂੰ ਤੁਸੀਂ ਇਸਤੇਮਾਲ ਕਰੋ, ਕਿਉਂਕਿ ਉਹਨਾਂ ਦੀ ਘਰ ਘਰ ਪਹੁੰਚ ਹੈ, ਐਂਡ ਲੋਕਾਂ ਨੂੰ ਐਜੂਕੇਟ ਕਰੋ ਤਾਂ ਕਿ ਹੌਲੀ ਹੌਲੀ ਲੋਕਾਂ ਨੂੰ ਪਤਾ ਲੱਗੇ ਵੀ ਡਰੱਗਸ ਇਹਨਾਂ ਦਾ ਕੀ ਫਰਕ ਹੈ। ਇਹ ਤਾਂ ਜਿਹੜੀ ਗੱਲਾਂ ਸੀ। ਇੱਕ ਮੈਂ ਵਿਧਾਨ ਸਭਾ ਦੇ ਵਿੱਚ ਸਕੂਲ ਦੀ ਗੱਲ ਕੀਤੀ ਸੀ, ਸਕੂਲ ਆਫ ਐਮੀਨੈਂਸ। ਆਈ ਥਿੰਕ ਕੁਝ ਸਾਥੀ ਇੱਥੇ ਜਿਹੜੀ ਲੋਕਲ ਯੂਨਿਟ ਹੈ ਉਸ ਗੱਲ ਨੂੰ ਫੋਲੋ ਨਹੀਂ ਕਰ ਪਾਈ। ਮੈਂ ਇੱਕ ਤਾਂ ਸੁਝਾਅ ਮੈਂ ਪ੍ਰਸ਼ਨ ਕੀਤਾ ਸੀ ਵੀ 117 ਸਕੂਲ ਤੁਸੀਂ ਦੇਣੇ ਆ ਹਰ ਹਲਕੇ 'ਚ, ਐਂਡ ਜਦੋਂ CM ਸਾਹਿਬ ਅਬੋਹਰ ਆਏ ਸੀ, 4 ਆਪਣੇ ਜ਼ਿਲ੍ਹੇ 'ਚ ਦੇ ਗਏ, ਉਹਦੇ ਵਿੱਚ ਅਬੋਹਰ ਵਾਜ਼ ਮਿਸਿੰਗ, ਤੇ ਨੈਚੁਰਲ ਹੈ ਅਬੋਹਰ ਮਿਸਿੰਗ ਸੀ, ਮੇਰੇ ਮਨ 'ਚ ਸਵਾਲ ਆ ਗਿਆ। ਐਂਡ ਮੈਂ ਇੱਕ ਸੁਝਾਅ ਦਿੱਤਾ ਸੀ ਵੀ ਐਗਜ਼ਾਮਪਲ ਦਿੱਤਾ ਸੀ ਵੀ ਸਾਡੇ ਅਬੋਹਰ ਦੇ ਵਿੱਚ ਇੱਕ 100 ਸਾਲ ਦਾ ਸਕੂਲ ਹੈ, ਜਿਹੜਾ ਇੰਨਾ ਪੁਰਾਣਾ ਸਕੂਲ ਹੈ। ਯੈਸ, ਉੱਥੇ ਕਿਸੇ ਇੱਕ ਦੂਜੀ ਸਕੀਮ ਦੇ ਰਾਹੀਂ ਉਸ ਸਕੂਲ ਦੇ ਵਿੱਚ ਫੰਡਸ ਆ ਰਹੇ ਹੈ, ਲੇਕਿਨ ਮੇਰਾ ਕਹਿਣ ਦਾ ਭਾਵ ਸੀਗਾ ਵੀ ਅਬੋਹਰ ਨੂੰ ਵੀ ਇੱਕ ਸਕੂਲ ਆਫ ਐਮੀਨੈਂਸ ਦੇਣਾ ਚਾਹੀਦਾ। ਮੈਂ ਇਸ ਸੰਬੰਧ ਦੇ ਵਿੱਚ ਮੰਤਰੀ ਸਾਹਿਬ ਨੂੰ, ਬੈਂਸ ਸਾਹਿਬ ਨੂੰ ਵੀ ਮਿਲਿਆ ਸੀਗਾ, ਐਂਡ ਉਹਨਾਂ ਨੇ ਮੈਨੂੰ ਅਸ਼ੋਰ ਕੀਤਾ ਹੈ ਵੀ ਸੰਦੀਪ, ਇਟ ਵਾਜ਼ ਇਹਦੇ ਵਿੱਚ ਕੋਈ ਅਸੀਂ ਵਿਤਕਰਾ ਨਹੀਂ ਕਰ ਰਹੇ, ਜਿਹੜਾ ਸਾਡੇ ਕੋਲੇ ਪੈਰਾਮੀਟਰ ਹੈ, ਕਿਉਂਕਿ ਅਸੀਂ ਨਵੀਂ ਸਕੀਮ ਆਈ ਸੀ ਤੇ ਅਸੀਂ ਕੋਈ ਅਬੋਹਰ ਦਾ ਸਕੂਲ ਆਈਡੈਂਟੀਫਾਈ ਨਹੀਂ ਕਰ ਪਾਏ, ਐਂਡ ਵੀ ਵਿਲ ਡੂ ਇਟ ਸੂਨ। ਉਹਨਾਂ ਨੇ ਮੈਨੂੰ ਅਸ਼ੋਰ ਕੀਤਾ। ਸੋ ਹੋਪਫੁਲੀ ਲੈਟਸ ਵੇਟ, ਅਦਰਵਾਈਜ਼ ਮੈਂ ਉਹਨਾਂ ਨਾਲ ਫੇਰ ਵਾਪਸ ਗੱਲ ਕਰੂੰਗਾ। ਬੱਸ ਅੱਡੇ ਦੀ ਮੈਂ ਫੇਰ ਗੱਲ ਕੀਤੀ। ਮੈਂ ਪਤਾ ਨਹੀਂ ਕਦੋਂ ਦੀ, ਪਹਿਲੇ 28 ਜੂਨ ਨੂੰ CM ਸਾਹਿਬ ਨੇ ਮੈਨੂੰ ਬੱਸ ਅੱਡੇ ਦਾ ਅਸ਼ੋਰੈਂਸ ਦਿੱਤਾ ਸੀ ਵੀ ਬੱਸ ਅੱਡਾ 4 ਮਹੀਨੇ ਦੇ ਵਿੱਚ ਬਣਾ ਲਿਆਂਗੇ। ਤੇ ਮੈਂ ਸਪੀਕਰ ਸਾਹਿਬ ਨੂੰ ਮੈਂ ਗੱਲ ਕਹੀ ਸੀ, ਮੈਂ ਕਿਹਾ ਜੀ ਜੇ CM ਦੀ ਗੱਲ ਦੇ ਉੱਤੇ ਕੋਈ ਗੌਰ ਨਹੀਂ ਕਰ ਰਿਹਾ, ਕਿਉਂਕਿ ਹੁਣ 10 ਮਹੀਨੇ ਤੋਂ ਜ਼ਿਆਦਾ ਹੋ ਚੁੱਕਿਆ, ਆਈ ਐਮ ਹੈਪੀ ਟੂ ਨੋਟ ਵੀ ਆ ਜਿਹੜਾ ਇਸ ਵਾਰ ਦਾ ਜਿਹੜਾ ਬਜਟ ਆਇਆ ਹੈ, ਇਹਦੇ ਵਿੱਚ 35 ਕਰੋੜ ਰੁਪਏ ਦੀ ਐਲੋਕੇਸ਼ਨ ਹੈਗੀ ਹੈ ਬੱਸ ਅੱਡਿਆਂ ਵਾਸਤੇ। ਸੋ ਆਈ ਐਮ ਹੋਪਫੁਲ ਵੀ ਅਬ ਦੇਰ ਆਏ ਦਰੁਸਤ ਆਏ, ਵੀ ਹੋ ਸਕਦਾ ਆਪਣੇ ਵਾਲੇ ਬੱਸ ਅੱਡੇ ਦਾ ਨੰਬਰ ਲੱਗ ਜੇ, ਕਿਉਂਕਿ ਆਮ ਆਦਮੀ ਦੀ ਸਰਕਾਰ ਹੈ ਐਂਡ ਬਸ ਆਮ ਆਦਮੀ ਦੀ ਸਵਾਰੀ ਹੈ, ਐਂਡ ਬਹੁਤ ਆਪਣੇ ਬੱਸ ਅੱਡੇ ਦੇ ਖਸਤੇ ਹਾਲਾਤ ਹੈ। ਆਈ ਐਮ ਡਿਸਅਪੋਇੰਟਡ ਵੀ ਅਬੋਹਰ ਵਾਸਤੇ। ਦੇਖੋ ਇੱਕ ਹੋਰ ਮੈਂ ਗੱਲ ਸ਼ੇਅਰ ਕਰਨਾ ਚਾਹੂੰਗਾ, ਇਹਦੇ ਵਿੱਚ ਇੱਕ ਸੀਗਾ ਕੈਂਸਰ ਹਸਪੀਟਲ ਦਾ ਜ਼ਿਕਰ ਸੀਗਾ ਬਜਟ ਦੇ ਵਿੱਚ, ਫਾਜ਼ਿਲਕਾ ਦੇ ਵਿੱਚ ਕੈਂਸਰ ਹਸਪੀਟਲ ਵੀ, ਤੇ ਉਹ ਜਿਹੜਾ ਕੈਂਸਰ ਹਸਪੀਟਲ ਹੈ ਉਹਦੇ ਵਿੱਚ ਸਰਕਾਰ ਨੇ ਅਮਾਊਂਟ ਵੀ ਪਾਇਆ 46 ਕਰੋੜ ਵੀ ਇੱਕ ਅਸੀਂ ਬਣਾ ਰਹੇ ਕੈਂਸਰ ਕੇਅਰ ਸੈਂਟਰ ਐਟ ਫਾਜ਼ਿਲਕਾ, 46 ਕਰੋੜ ਦੀ ਲਾਗਤ ਦੇ ਨਾਲ, ਤੇ ਜਲਦ ਸ਼ੁਰੂ ਹੋ ਜਾਊਗਾ, ਮਤਲਬ ਬਜਟ ਦੇ ਵਿੱਚ ਹੈ। ਲੇਕਿਨ ਸਾਰਿਆਂ ਨੂੰ ਆਪਾਂ ਨੂੰ ਪਤਾ ਉਹ ਕੈਂਸਰ ਹਸਪੀਟਲ ਨੂੰ ਬਿਲਡਿੰਗ ਨੂੰ ਬਣੇ ਤਾਂ ਆਲਮੋਸਟ ਮੇਰੇ ਖਿਆਲ 6-7 ਸਾਲ ਤੋਂ ਜ਼ਿਆਦਾ ਹੋ ਚੁੱਕੇ। ਆਈ ਥਿੰਕ ਇਫ ਆਈ ਐਮ ਨਾਟ ਮਿਸਟੇਕਨ, ਜਦੋਂ ਜਾਨੀ ਸਾਹਿਬ ਹੈਲਥ ਮੰਤਰੀ ਸੀ ਉਸ ਟਾਈਮ ਉਹ ਬਣਿਆ ਸੀਗਾ, ਉਸ ਟਾਈਮ ਦਾ ਬਣਿਆ ਹੋਇਆ, ਸਰਕਾਰ ਉਹਨੂੰ ਆਪਣੇ ਬਜਟ ਦੇ ਵਿੱਚ ਪਾ ਰਹੀ ਹੈ। ਮਤਲਬ ਆਈ ਡੋਂਟ ਨੋ, ਬਟ ਉਮੀਦ ਹੈ ਵੀ ਇਹਨੂੰ ਜਲਦ ਤੋਂ ਜਲਦ ਹੁਣ ਸ਼ੁਰੂ ਤਾਂ ਕਰਾਓ। ਆਪਾਂ ਮਤਲਬ ਸਾਰਾ ਕੁਝ ਬਣਾਤਾ, ਕੈਂਸਰ ਦੀ ਇੰਨੀ ਵੱਡੀ ਆਪਣੇ ਏਰੀਏ ਦੇ ਵਿੱਚ ਇੰਨੀ ਦਿੱਕਤ ਹੈ, ਆਪਣੇ ਲੋਕਾਂ ਨੂੰ ਬਾਹਰ ਜਾਣਾ ਪੈਂਦਾ ਹੈ, ਤੇ ਉਮੀਦ ਹੈ ਸਰਕਾਰ ਇਹਦੇ ਉੱਤੇ ਵੀ ਗੌਰ ਕਰੂਗੀ। ਐਂਡ ਲਾਸਟ ਬਟ ਨਾਟ ਦ ਲੀਸਟ, ਸ਼ਹਿਰਾਂ ਵਾਸਤੇ, ਆਪਣੇ ਸ਼ਹਿਰ ਵਾਸਤੇ ਮੈਨੂੰ ਉਮੀਦ ਸੀ ਵੀ ਕੁਛ ਨਾ ਕੁਛ ਆਪਣੇ ਅਬੋਹਰ ਵਾਸਤੇ, ਮਤਲਬ ਕੋਈ ਵੀ ਕੁਛ ਅਨਾਊਂਸਮੈਂਟ ਨਹੀਂ। ਸੋ ਆਈ ਐਮ ਡਿਸਅਪੋਇੰਟਡ, ਪਰ ਚਲੋ ਸਰਕਾਰ ਨੂੰ ਫੇਰ ਅਪੀਲ ਕਰਾਂਗੇ, ਰਿਕੁਐਸਟ ਕਰਾਂਗੇ ਵੀ ਸਾਡੇ ਜਿਹੜੇ ਔਨਗੋਇੰਗ ਪ੍ਰੋਜੈਕਟਸ ਹੈ। ਐਂਡ ਮੈਂ ਇੱਕ ਦਿਨ ਉਹ ਵੇਖੀ ਸੀ ਖਬਰ, ਮਤਲਬ ਇੱਕ ਔਨਲਾਈਨ ਮੈਂ ਪੋਸਟ ਵੇਖੀ ਸੀ, ਆਪਣੀ ਜਿਹੜੀ ਆਮ ਆਦਮੀ ਦੀ ਲੋਕਲ ਯੂਨਿਟ ਹੈ, ਤੇ ਉਹਦੀ ਕੈਪਸ਼ਨ ਆ ਸੀਗੀ ਵੀ ਕੁਛ ਇੱਥੋਂ ਦੇ ਆਮ ਆਦਮੀ ਦੇ ਨੁਮਾਇੰਦੇ ਨਿੱਜਰ ਸਾਹਿਬ ਨੂੰ ਮਿਲੇ ਸੀ, ਅਰਬਨ ਬਾਡੀਜ਼ ਮਿਨਿਸਟਰ ਨੂੰ, ਤੇ ਉਹ ਕੈਪਸ਼ਨ ਸੀਗੀ ਵੀ ਅਬੋਹਰ ਦੇ ਰੁਕੇ ਹੋਏ ਕੰਮ, ਉਹ ਕੈਪਸ਼ਨ ਉਹਦੇ ਵਿੱਚ ਸੀਗੀ।
ਸੋ ਚਲੋ ਸ਼ੁਕਰ ਹੈ ਹੁਣ ਵਿਪਕਸ਼ ਸੌਰੀ ਜਿਹੜੀ ਰੂਲਿੰਗ ਪਾਰਟੀ ਹੈ, ਸੱਤਾਧਾਰੀ ਹੈ, ਉਹ ਹੁਣ ਮੰਨਣ ਤਾਂ ਲੱਗੇ ਵੀ ਅਬੋਹਰ ਦੇ ਕੰਮ ਰੁਕ ਚੁੱਕੇ। ਮਤਲਬ ਉਹ ਆਮ ਆਦਮੀ ਪਾਰਟੀ ਦੀ ਉਹਨਾਂ ਦੀ ਕੈਪਸ਼ਨ ਸੀਗੀ ਤੇ ਉਮੀਦ ਕਰਦਾ ਵਧੀਆ ਗੱਲ ਹੈ, ਮਿਲਣਾ ਚਾਹੀਦਾ। ਉਹ ਵੀ ਮਿਲੇ ਨਿੱਜਰ ਸਾਹਿਬ ਨੂੰ ਨੈਕਸਟ ਵੀਕ। ਮੈਂ ਵੀ ਟਾਈਮ ਲਿੱਤਾ ਹੋਇਆ, ਮੇਅਰ ਸਾਹਿਬ ਹੋਰੀ ਤੇ ਸਾਡੀ ਟੀਮ ਅਸੀਂ ਜਾਵਾਂਗੇ ਵੀ ਜਿਹੜੇ ਮਤਲਬ ਉਹਨਾਂ ਨੂੰ ਚੇਤਾ ਕਰਾਵਾਂਗੇ ਕੀ ਦਿੱਕਤ ਆ ਰਹੀ ਹੈ, ਕੀ ਉਹਦਾ ਸੋਲਿਊਸ਼ਨ ਸਰਕਾਰ ਵੱਲੋਂ ਹੋ ਸਕਦਾ ਹੈ। ਐਂਡ ਇਟ ਇਜ਼ ਅ ਗੁੱਡ ਥਿੰਗ। ਤੇ ਮੈਂ ਆ ਵੀ ਸੱਤਾਧਾਰੀ ਜਿਹੜੇ ਹੈ ਸੋਚ ਆਪਾਂ ਨੂੰ ਬਦਲਣੀ ਚਾਹੀਦੀ, ਕੰਮ ਕਰਨ ਦਾ ਤਰੀਕਾ ਬਦਲਣਾ ਚਾਹੀਦਾ। ਤੇ ਜਿੱਥੇ ਸਾਂਝੇ ਮਸਲੇ ਹੋਣ ਮੈਨੂੰ ਇਨਵਾਈਟ ਕਰ ਲਿਆ ਕਰੋ, ਮੈਂ ਤੁਹਾਡੇ ਨਾਲ ਚੱਲ ਪਵਾਂਗਾ ਤਾਂ ਕਿ ਆਪਣੀ ਵਜਨ ਆਪਣੀ ਗੱਲ ਦੇ ਵਿੱਚ ਵਜਨ ਹੋਏ। ਤੇ ਜੇ ਤੁਸੀਂ ਨਹੀਂ ਇਨਵਾਈਟ ਕਰਨਾ ਚਾਹੁੰਦੇ, ਮੈਂ ਅਗਲੀ ਵਾਰ ਜਦੋਂ ਜਾਊਂਗਾ ਮੈਂ ਤੁਹਾਨੂੰ ਦੱਸ ਦਿਆਂਗਾ ਵੀ ਕਦੋਂ ਮੈਨੂੰ ਮੰਤਰੀ ਸਾਹਿਬ ਦਾ ਟਾਈਮ ਮਿਲਿਆ ਤੇ ਤੁਸੀਂ ਮੇਰੇ ਨਾਲ ਚੱਲ ਪਿਆ ਜੇ। ਕਿਉਂਕਿ ਸਾਂਝੇ ਮਸਲੇ ਜਿਹੜੇ ਸ਼ਹਿਰ ਦੇ ਹੈ ਉਹਦੇ ਵਿੱਚ ਆਪਾਂ ਕੀ ਪਾਰਟੀਬਾਜ਼ੀ ਕਰਨੀ, ਪਾਰਟੀਬਾਜ਼ੀ ਕਰਨ ਵਾਸਤੇ ਬਥੇਰੀ ਥਾਂ ਪਈ ਹੈ। ਐਂਡ ਲਾਸਟ ਬਟ ਨਾਟ ਦ ਲੀਸਟ ਮੈਂ ਇੱਕ ਹੋਰ ਮੈਂ ਗੱਲ ਦੱਸਣਾ ਚਾਹੁੰਦਾ। ਅੱਜ ਦੀ ਅਖਬਾਰ ਦੇ ਵਿੱਚ ਖਬਰ ਸੀਗੀ, ਹਾਂ, ਉਹ ਕਹਿੰਦੇ ਟੂ ਪ੍ਰੀਵੈਂਟ ਵਾਈਟ ਫਲਾਈ ਅਟੈਕ ਅਵੋਇਡ ਸੋਇੰਗ ਮੂੰਗ ਇਨ ਕਾਟਨ ਬੈਲਟ। ਅੱਜ ਇੱਕ ਡਿਪਾਰਟਮੈਂਟ ਵੱਲੋਂ ਖਬਰ ਹੈ ਵੀ ਵਾਈਟ ਫਲਾਈ ਦੇ ਅਟੈਕ ਨੂੰ ਤੋਂ ਬਚਣ ਵਾਸਤੇ ਵੀ ਮੂੰਗੀ ਨਾ ਬੀਜੋ। ਇੱਕ ਪਾਸੇ ਤਾਂ ਸਰਕਾਰ ਮੂੰਗੀ ਵਾਸਤੇ ਡਾਈਵਰਸੀਫਿਕੇਸ਼ਨ ਦੇ ਨਾਂ 'ਤੇ ਮੂੰਗੀ ਵਾਸਤੇ ਕਰੋੜਾਂ ਰੁਪਈਆ ਐਲੋਕੇਟ ਕਰ ਰਹੇ ਹੋ, ਫਿਰ ਸਰਕਾਰ ਝੂਠੇ ਦਾਅਵੇ ਕਰਦੀ ਹੈ ਅਸੈਂਬਲੀ ਦੇ ਵਿੱਚ ਵੀ ਅਸੀਂ ਸਾਰੇ ਹੀ ਮੂੰਗੀ ਖਰੀਦ ਲਈ, ਈਵਨ ਦੋ ਇਟ ਵਾਜ਼ ਮਾਤਰ 11% ਮੂੰਗੀ ਉਹਨਾਂ ਨੇ ਉਹਦੇ 'ਤੇ ਖਰੀਦੀ ਸੀ। ਹੁਣ ਉਹ ਕਹਿ ਰਹੇ ਵੀ ਤੁਸੀਂ ਮੂੰਗੀ ਲਾਓ ਹੀ ਨਾ। ਤੇ ਸਰਕਾਰ ਦੇ ਡਿਪਾਰਟਮੈਂਟਸ ਨੂੰ ਇੱਕ ਦੂਜੇ ਨਾਲ ਗੱਲ ਕਰਨੀ ਚਾਹੀਦੀ ਹੈ ਵੀ ਕੀ ਤੁਸੀਂ ਕਰ ਰਹੇ ਹੋ, ਕੀ ਮਤਲਬ ਤੁਸੀਂ ਕਰਨਾ ਚਾਹ ਰਹੇ ਹੋ। ਵੀ ਇੱਕ ਪਾਸੇ ਤੁਸੀਂ ਮੂੰਗੀ ਵਾਸਤੇ ਪੈਸੇ ਰੱਖ ਰਹੇ ਹੋ, ਦੂਜੀ ਪਾਸੇ ਤੁਸੀਂ ਕਹਿ ਰਹੇ ਹੋ ਇੱਥੇ ਮੂੰਗੀ ਲਾਓ ਹੀ ਨਾ। ਤੇ ਇਹ ਮਸਲੇ ਹੈ। ਮੈਂ ਇੱਕ ਗੱਲ ਹੋਰ ਕਹੀ ਸੀ ਡਾਈਵਰਸੀਫਿਕੇਸ਼ਨ ਦੇ ਲਈ ਵੀ ਅੱਜ ਤੋਂ ਕਈ ਸਾਲ ਪਹਿਲੇ ਅਪਸਟਰੀਮ ਆਪਣਾ ਜਿਹੜਾ ਏਰੀਆ ਆਪਾਂ ਟੇਲਾ ਤੇ ਬੈਠੇ ਡਾਊਨ ਸਟਰੀਮ, ਉੱਥੇ ਨਰਮਾ ਹੁੰਦਾ ਸੀ, ਆਪਣੇ ਵੀ ਨਰਮਾ ਹੁੰਦਾ ਸੀ। ਉੱਥੇ ਝੋਨਾ ਲੱਗਣਾ ਸ਼ੁਰੂ ਹੋ ਗਿਆ, ਝੋਨਾ ਲੱਗ ਰਿਹਾ ਕਈ ਸਾਲਾਂ ਤੋਂ, ਤੇ ਆਪਣੇ ਕੋਲੇ ਨਰਮੇ ਜੋਗੇ ਪਾਣੀ ਨਹੀਂ ਹੈ, ਆਪਣੇ ਕੋਲੇ ਨਰਮੇ ਜੋਗਾ ਪਾਣੀ ਨਹੀਂ ਹੈ। ਤੇ ਬਾਗ ਅਸੀਂ ਪੱਟਣਾ ਸ਼ੁਰੂ ਕਰਤੇ, ਕਈ ਲੋਕਾਂ ਨੇ ਬਾਗ ਪੱਟਣੇ ਸ਼ੁਰੂ ਕਰਤੇ। ਤੇ ਸਭ ਤੋਂ ਪਹਿਲੇ ਡਾਈਵਰਸੀਫਿਕੇਸ਼ਨ ਅਸੀਂ ਕੀਤੀ ਸੀ ਤੇ ਇਹ ਹਾਰਟੀਕਲਚਰ ਦਾ ਏਰੀਆ ਹੈ, ਸਭ ਤੋਂ ਪਹਿਲੇ ਅਸੀਂ ਡਾਈਵਰਸੀਫਾਈ ਕੀਤਾ ਸੀ। ਤੇ ਹਾਰਟੀਕਲਚਰ ਦੇ ਉੱਤੇ ਅੱਜ ਕੱਲ੍ਹ ਅਮਰੂਦ ਦੇ ਬਾਗ ਲੱਗ ਰਹੇ ਹੈ, ਨਾਖ ਦੇ ਬਾਗ ਲੱਗ ਰਹੇ ਹੈ, ਕਿੰਨੂਆਂ ਦੇ ਬਾਗ ਜਿਹੜੇ ਹੈ, ਤੇ ਉਹਨਾਂ ਵਾਸਤੇ ਇੱਕ ਪਾਲਿਸੀ ਲੈ ਕੇ ਆਉਣੀ ਚਾਹੀਦੀ ਹੈ। ਐਂਡ ਇੱਕ ਲਾਸਟ ਬਾਂਸਲ ਸਾਹਿਬ ਤੇ ਕਮਲ ਜੀ ਬੈਠੇ ਹੈ, ਉੱਥੇ ਵਿਧਾਨ ਸਭਾ ਦੇ ਵਿੱਚ ਜ਼ਿਕਰ ਹੋਇਆ ਸੀ ਵੀ ਆ ਜਿਹੜਾ GST ਦੇ ਲਈ ਅੱਜ ਕੱਲ੍ਹ ਬੜਾ ਇੱਕ ਖੌਫ ਦਾ ਮਾਹੌਲ ਹੈ ਬਾਜ਼ਾਰ ਦੇ ਵਿੱਚ। ਮਤਲਬ ਉਹ ਆ ਜਾਂਦੇ, ਉਹਨਾਂ ਨੂੰ ਟਾਰਗੇਟਸ ਦਿੱਤੇ ਗਏ ਵੀ ਇੰਨੇ ਪੈਸੇ ਲੈ ਕੇ ਹੀ ਲੈ ਕੇ ਆਣੇ। ਤੇ ਉਹ ਵੀ ਮਤਲਬ ਮੈਂ ਸਰਕਾਰ ਨੂੰ ਰਿਕੁਐਸਟ ਕਰੂੰਗਾ ਵੀ ਉਹਦੇ ਉੱਤੇ ਵੀ ਗੌਰ ਕੀਤਾ ਜਾਵੇ। ਐਂਡ ਹੁਣ ਜੇ ਕੋਈ ਸਵਾਲ ਪੁੱਛਣਾ ਚਾਹੁੰਦਾ ਤਾਂ ਅਗੇਨ ਮੇਰਾ ਮਕਸਦ ਸੀਗਾ ਵੀ ਲੋਕਾਂ ਨੂੰ ਦੱਸੀਏ ਵੀ ਤੁਹਾਡਾ ਨੁਮਾਇੰਦਾ ਉੱਥੇ ਕੀ ਕਰਕੇ ਆਇਆ। ਤੇ ਮੈਂ ਪੂਰਾ ਪ੍ਰਯਾਸ ਕੀਤਾ, ਮੇਰੀ 100% ਅਟੈਂਡੈਂਸ ਸੀ ਪਿਛਲੇ ਸੈਸ਼ਨ ਦੇ ਵਿੱਚ ਵੀ, ਇਸ ਸੈਸ਼ਨ ਦੇ ਵਿੱਚ ਵੀ, ਤੇ ਬਿਲਕੁਲ ਐਂਡ ਤੱਕ ਮੈਂ ਵਿਧਾਨ ਸਭਾ ਦੇ ਵਿੱਚ ਰਹਿੰਦਾ ਸੀ ਤਾਂ ਕਿ ਅਬੋਹਰ ਦੇ ਲੋਕਾਂ ਨੂੰ ਨਾ ਹੋਵੇ ਵੀ ਸਾਡਾ ਨੁਮਾਇੰਦਾ ਉੱਥੇ ਉਹਦੀ ਹਾਜ਼ਰੀ ਨਹੀਂ ਹੈ, ਉਹ ਅਬੋਹਰ ਦੀ ਗੱਲ ਨਹੀਂ ਰੱਖ ਰਿਹਾ। ਜਿੰਨਾ ਟਾਈਮ ਮਿਲਿਆ ਮੈਂ ਪੂਰਾ ਪ੍ਰਯਾਸ ਕੀਤਾ ਵੀ ਅਬੋਹਰ ਦੇ ਲੋਕਾਂ ਦੀ ਮੈਂ ਉੱਥੇ ਗੱਲ ਰੱਖਾਂ। ਥੈਂਕ ਯੂ ਸਰ। ਬੱਲੂਆਣੇ ਹਲਕੇ ਦੇ ਵਿੱਚ ਵੀ ਮੁੱਖ ਮੰਤਰੀ ਸਾਹਿਬ 2 ਵਾਰੀ ਆ ਚੁੱਕੇ। ਹਾਂਜੀ, ਇੱਕ ਵਾਰੀ ਅਬੋਹਰ ਦੇ ਵਿੱਚ ਵੀ ਆਏ ਸੀਗੇ।